ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਕਿਰਪਾ ਕਰਦੇ ਹਨ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ। ਸਤਿਗੁਰੂ ਕਹਿਣ ਲੱਗੇ, ਜਿਨ੍ਹਾਂ ਦੇ ਮਨ ਦੇ ਵਿੱਚ ਵੀ ਸੱਚਾ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਤੇ ਮੁਖ ਦੇ ਵਿੱਚ ਵੀ, ਉਹਨਾਂ ਦੀ ਰਸਨਾ ਦੇ ਉੱਤੇ ਵੀ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਹੀ ਵਸਦਾ। ਮਤਲਬ ਉਹਨਾਂ ਦੇ ਅੰਦਰ ਵੀ ਉਹੀ ਹੈ ਤੇ ਬਾਹਰ ਵੀ ਉਹੀ ਹੈ। ਅੰਦਰ ਵੀ ਵਾਹਿਗੁਰੂ ਹੈ ਤੇ ਰਸਨਾ ਦੇ ਉੱਪਰ ਵੀ ਵਾਹਿਗੁਰੂ ਹੈ। ਇਹ ਨਹੀਂ ਹੈਗਾ ਵੀ ਮਨ ਵਿੱਚ ਤਾਂ ਰਸਨਾ ਦੇ ਉੱਤੇ ਤਾਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਹੈ, ਪਰ ਅੰਦਰ ਕਪਟ ਕਰ ਰਿਹਾ ਹੈ, ਮਨ ਦੇ ਵਿੱਚ ਕਿਸੇ ਦਾ ਬੁਰਾਈ ਸੋਚਦਾ। ਇਹ ਨਹੀਂ ਹੈ। ਉਹਨਾਂ ਦੇ ਮਨ ਤੇ ਮੁਖ ਦੇ ਵਿੱਚ ਦੋਹਾਂ ਵਿੱਚ ਇੱਕ ਵਾਹਿਗੁਰੂ ਹੀ ਹੈ। ਇਹ ਨਹੀਂ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਿਵੇਂ ਫਰੀਦ ਜੀ ਕਹਿੰਦੇ, ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਹੈ, ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਕੁਝ ਹੋਰ ਹੁੰਦਾ ਹੈ, ਉਹ ਕੱਚੇ ਪੁਰਸ਼ਾਂ ਦੀ ਨਿਸ਼ਾਨੀ, ਉਹਨਾਂ ਨੂੰ ਕੱਚੇ ਕਹਿ ਸਕਦੇ ਹਾਂ। ਜਿਨ੍ਹਾਂ ਦੇ ਮਨ ਵਿੱਚ ਵੀ ਵਾਹਿਗੁਰੂ ਹੈ, ਰਸਨਾ ਦੇ ਉੱਤੇ ਵੀ ਪਰਮਾਤਮਾ ਦਾ ਜਸ ਹੀ ਹੈ, ਉਹ ਸੱਚੇ ਪੁਰਸ਼ ਹਨ। ਫਿਰ ਅੱਗੇ ਮਹਾਰਾਜ ਕਹਿੰਦੇ, ਏਕ ਅਵਰ ਨਾ ਪੇਖੈ ਏਕਸ ਬਿਨ ਕੋਇ। ਉਹ ਸਾਰਿਆਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਇੱਕ ਪਰਮਾਤਮਾ ਦੀ ਜੋਤ ਨੂੰ ਹੀ ਦੇਖਦੇ ਆ। ਉਹ ਰੱਬ ਨੂੰ ਛੱਡ ਕੇ ਦੂਜਾ ਦੇਖਦੇ ਨਹੀਂ, ਦੁਐਤ ਦ੍ਰਿਸ਼ਟੀ ਦੇ ਨਾਲ ਦੇਖਦੇ ਹੀ ਨਹੀਂ ਵੀ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ। ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਹੀ ਦੇਖਦੇ, ਇੱਕੋ ਦੀ ਜੋਤ ਉਹਨਾਂ ਨੂੰ ਨਜ਼ਰ ਆਉਂਦੀ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਹਾਰਾਜ ਕਹਿਣ ਲੱਗੇ, ਇਹੀ ਲੱਛਣ ਨੇ ਜਿਹੜੇ ਬ੍ਰਹਮ ਗਿਆਨੀਆਂ ਦੇ ਅੰਦਰ ਹੁੰਦੇ ਆ। ਇਹਨਾਂ ਲੱਛਣਾਂ ਨੂੰ ਧਾਰਨ ਕਰਨ ਵਾਲਾ, ਜਿਹਦੇ ਅੰਦਰ ਇਹ ਲੱਛਣ ਹੋਣ, ਉਹ ਬ੍ਰਹਮ ਗਿਆਨੀ ਹੁੰਦਾ। ਮਹਾਰਾਜ ਕਹਿਣ ਲੱਗੇ। ਅੱਗੇ ਸਤਿਗੁਰੂ ਜੀ ਕਹਿੰਦੇ ਹਨ ਅਸ਼ਟਪਦੀ। ਹੁਣ ਬ੍ਰਹਮ ਗਿਆਨੀ ਦੇ ਗੁਣ ਦੱਸਦੇ ਆ ਮਹਾਰਾਜ। ਬ੍ਰਹਮ ਗਿਆਨੀ ਸਦਾ ਨਿਰਲੇਪ। ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸਦਾ ਨਿਰਲੇਪ ਹੁੰਦਾ। ਕਿਸ ਪ੍ਰਕਾਰ? ਜੈਸੇ ਜਲ ਮਹਿ ਕਮਲ ਅਲੇਪ। ਜਿੱਦਾਂ ਪਾਣੀ ਦੇ ਵਿੱਚ, ਦੇਖੋ ਪਾਣੀ ਵਿੱਚ ਹੀ ਪੈਦਾ ਹੁੰਦਾ ਕਮਲ, ਪਾਣੀ ਵਿੱਚ ਹੀ ਰਹਿੰਦਾ ਹੈ, ਪਰ ਪਾਣੀ ਤੋਂ ਨਿਰਲੇਪ ਰਹਿੰਦਾ, ਪਾਣੀ ਦਾ ਉਹਦੇ ਤੇ ਅਸਰ ਨਹੀਂ ਹੁੰਦਾ ਕੋਈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਇਸ ਸੰਸਾਰ ਦੇ ਵਿੱਚ ਗ੍ਰਸਤ ਦੇ ਵਿੱਚੋਂ ਪੈਦਾ ਹੁੰਦੇ ਹੈ, ਗ੍ਰਸਤ ਵਿੱਚ ਰਹਿੰਦੇ ਹੈ, ਪਰ ਗ੍ਰਸਤ ਦੇ ਜਿਹੜੀ ਮੋਹ ਮਮਤਾ ਨਾ, ਉਹਦਾ ਅਸਰ ਨਹੀਂ ਉਹਨਾਂ ਤੇ ਕੋਈ ਹੁੰਦਾ। ਉਹ ਮੋਹ ਮਮਤਾ ਦੇ ਵਿੱਚ, ਪਰਿਵਾਰ ਦੇ ਵਿੱਚ, ਸੰਬੰਧੀਆਂ ਵਿੱਚ ਇਦਾਂ ਰਹਿੰਦੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ, ਨਿਰਲੇਪ ਰਹਿੰਦਾ। ਇਸ ਤਰ੍ਹਾਂ ਉਹਨਾਂ ਦੀ ਅਵਸਥਾ ਹੁੰਦੀ ਹੈ। ਬ੍ਰਹਮ ਗਿਆਨੀ ਸਦਾ ਨਿਰਦੋਖ। ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਸਦਾ ਨਿਰਦੋਖ ਹੁੰਦਾ, ਮਤਲਬ ਉਹਦੇ ਵਿੱਚ ਕੋਈ ਦੋਸ਼ ਨਹੀਂ ਹੁੰਦਾ, ਨਾ ਹੀ ਉਹਦੇ ਉੱਪਰ ਕਿਸੇ ਪ੍ਰਕਾਰ ਦਾ ਦੋਸ਼ ਲੱਗਦਾ ਹੀ ਹੈ। ਕਿਸ ਪ੍ਰਕਾਰ? ਉਹ ਅਗਲੀ ਪੰਕਤੀ ਵਿੱਚ ਮਹਾਰਾਜ ਕਲੀਅਰ ਕਰ ਦਿੰਦੇ ਆ, ਜੈਸੇ ਸੂਰ ਸਰਬ ਕੋ ਸੋਖ। ਕਹਿੰਦੇ ਜਿਸ ਪ੍ਰਕਾਰ ਸੂਰਜ ਹੈ ਨਾ ਜਿਹੜਾ, ਉਹਦੀਆਂ ਕਿਰਨਾਂ ਦੇ ਵਿੱਚ ਐਸੀ ਸ਼ਕਤੀ ਹੁੰਦੀ ਹੈ ਜੋ ਸਾਰੇ ਰਸਾਂ ਨੂੰ ਸੋਖ ਲੈਂਦੀਆਂ ਨੇ। ਮਤਲਬ ਜੇ ਗੰਦਗੀ ਪਈ ਹੈ, ਗੰਦਗੀ ਹੈ ਜਿਹੜੀ, ਉਹ ਗੰਦਗੀ ਦੇ ਵਿੱਚ ਜਿਹੜਾ ਉਹ ਸਲਾਬ ਹੈ, ਸਿੱਲ ਹੈ, ਉਸ ਨੂੰ ਵੀ ਉਹਦੀਆਂ ਜਿਹੜੀਆਂ ਕਿਰਨਾਂ ਚੂਸ ਜਾਂਦੀਆਂ ਨੇ, ਸੋਖ ਲੈਂਦੀਆਂ ਨੇ, ਸੁਖਾ ਦਿੰਦੀਆਂ ਨੇ। ਤੇ ਜੇ ਕਿਤੇ ਬਗੀਚਾ ਜਿੱਥੇ ਫੁੱਲੇ ਫੁੱਲ ਹਨ, ਉਹਦੀਆਂ ਕਿਰਨਾਂ ਉਹਨਾਂ ਦੇ ਵਿੱਚੋਂ ਵੀ ਰਸ ਨੂੰ ਸੁਖਾ ਲੈਂਦੀਆਂ ਨੇ, ਸੋਖ ਲੈਂਦੀਆਂ ਨੇ। ਪਰ ਕਦੇ ਦੇਖਿਆ ਕਿਸੇ ਨੇ ਵੀ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਉੱਪਰ ਪੈਣੇ ਕਰਕੇ ਕਦੇ ਗੰਦੀਆਂ ਹੋ ਗਈਆਂ ਹੋਣ, ਬਦਬੂਦਾਰ ਮੈਲੀਆਂ ਹੋਈਆਂ ਹੋਣ, ਜਾਂ ਕਿਸੇ ਬਗੀਚੇ ਦੇ ਵਿੱਚ ਉਹਨਾਂ ਕਿਰਨਾਂ ਨੂੰ ਪੈਣੇ ਕਰਕੇ ਉਹ ਖੁਸ਼ਬੂਦਾਰ ਸੁੰਦਰ ਹੋ ਗਈਆਂ ਹੋਣੀਆਂ? ਨਹੀਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਗੰਦਗੀ ਤੇ ਪੈ ਜਾਣ, ਭਾਵੇਂ ਉਹ ਸਵੱਛਤਾ ਦੇ ਉੱਤੇ ਪੈ ਜਾਣ, ਉਹ ਨਿਰਦੋਖ ਹੀ ਰਹਿੰਦੇ, ਉਹਨਾਂ 'ਚ ਕੋਈ ਦੂਸ਼ਣ ਨਹੀਂ ਆਉਂਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ, ਉਹ ਜਿਹੋ ਜਿਹੇ ਮਰਜ਼ੀ ਸਮਾਜ ਵਿੱਚ ਰਹਿ ਲੈਣ, ਉਹਨਾਂ ਦੇ ਆਲੇ ਦੁਆਲੇ ਭਾਵੇਂ ਮਨਮੁੱਖਾਂ ਦਾ ਸਮਾਜ ਹੈ, ਉਹਨਾਂ ਮਨਮੁੱਖਾਂ ਦੇ ਦੋਸ਼ ਹੈ ਜਿਹੜੇ ਉਹਨਾਂ ਬ੍ਰਹਮ ਗਿਆਨੀਆਂ 'ਚ ਕਦੇ ਨਹੀਂ ਆਉਂਦੇ। ਉਹਨਾਂ ਦੀ ਅਵਸਥਾ ਐਡੀ ਉੱਚੀ ਹੁੰਦੀ ਹੈ, ਪਰ ਇਹ ਬ੍ਰਹਮ ਗਿਆਨੀਆਂ ਦੀ ਹੁੰਦੀ ਹੈ। ਸਾਡੇ ਆਪਾਂ ਨਾ ਕਿਤੇ ਕਰਨ ਲੱਗ ਜਾਈਏ, ਆਪਾਂ ਜੇ ਕੁਸੰਗੀਆਂ ਦੀ ਸੰਗਤ 'ਚ ਬੈਠਾਂਗੇ ਨਾ, ਮਾੜੇ ਬੰਦਿਆਂ ਦੀ, ਸਾਡੇ 'ਚ ਆਪਣੇ ਆਪ ਉਹ ਔਗਣ ਆ ਜਾਣੇ ਆ। ਅਸੀਂ ਕਿਸੇ ਜੁਆਰੀ ਕੋਲ ਬੈਠਾਂਗੇ, ਸਾਡਾ ਆਪਣੇ ਆਪ ਮਨ ਜੂਆ ਖੇਡਣ ਨੂੰ ਕਰਨ ਲੱਗ ਜੂਗਾ। ਆਪਾਂ ਕਿਸੇ ਚੋਰ ਕੋਲ ਬੈਠਾਂਗੇ, ਸਾਡਾ ਮਨ ਆਪਣੇ ਆਪ ਚੋਰੀ ਕਰਨ ਨੂੰ ਜੀ ਕਰਨ ਲੱਗ ਪਊਗਾ। ਸਾਡੇ ਅੰਦਰ ਉਹ ਦੋਸ਼ ਝੱਟ ਆ ਜਾਂਦੇ। ਪਰ ਬ੍ਰਹਮ ਗਿਆਨੀ ਦੀ ਅਵਸਥਾ ਐਡੀ ਪੱਕੀ ਹੁੰਦੀ ਆ, ਉਹਦੇ ਆਲੇ ਦੁਆਲੇ ਭਾਵੇਂ ਮਨਮੁਖ ਹੋਣ,
ਗੰਦਗੀ ਮਨਮੁਖਾਂ ਰੂਪੀ ਉਹਦੇ ਤੇ ਮਨਮੁਖਾਂ ਦਾ ਵੀ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਤੇ ਜੇ ਉਹ ਚੰਗੇ ਮਤਲਬ ਉਹਨਾਂ ਨੂੰ ਕੋਈ ਦੋਸ਼ ਹੀ ਨਹੀਂ ਲੱਗਦਾ, ਉਹ ਭਾਵੇਂ ਕਿਹੋ ਜੀ ਸੰਗਤ 'ਚ ਬੈਠ ਜਾਣ, ਜਿਵੇਂ ਕਿਰਨਾਂ ਸੂਰਜ ਦੀਆਂ ਜਿੱਥੇ ਮਰਜ਼ੀ ਪੈ ਜਾਣ, ਉਹਨਾਂ ਤੇ ਕੋਈ ਅਸਰ ਨਹੀਂ ਨਾ ਹੁੰਦਾ। ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਅਵਸਥਾ ਐਡੀ ਉੱਚੀ ਹੁੰਦੀ ਹੈ, ਉਹ ਜਿਹੋ ਜਿਹੇ ਮਨੁੱਖਾਂ ਦੇ ਵਿੱਚ ਮਰਜ਼ੀ ਰਹਿ ਲੈਣ, ਉਹ ਉਹਨਾਂ ਦੇ ਦੂਸ਼ਣ ਨਹੀਂ ਧਾਰਨ ਕਰਦੇ, ਇਸ ਕਰਕੇ ਉਹ ਨਿਰਦੋਖ ਹੁੰਦੇ ਆ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੀ ਜਿਹੜੀ ਨਿਗਾਹ ਹੁੰਦੀ ਹੈ ਨਾ, ਇੱਕੋ ਜਿਹੀ ਹੁੰਦੀ ਹੈ, ਉਹਨਾਂ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ। ਕਿਸ ਪ੍ਰਕਾਰ, ਅੱਗੇ ਮਹਾਰਾਜ ਕਹਿਣ ਲੱਗੇ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਜਿਵੇਂ ਜਿਹੜੀ ਹਵਾ ਹੁੰਦੀ ਹੈ ਨਾ ਜਦੋਂ ਚੱਲਦੀ ਹੈ, ਉਹ ਭਾਵਾਂ ਕੰਗਾਲ ਖੜਿਆ ਹੋਵੇ, ਭਾਵਾਂ ਖੜਿਆ ਹੋਵੇ ਲਾਗੇ ਰਾਜਾ, ਉਹ ਦੋਹਾਂ ਨੂੰ ਇੱਕੋ ਜਿਹੀ ਲੱਗਦੀ ਹੈ। ਮਤਲਬ ਇਹ ਨਹੀਂ ਹੈਗਾ ਵੀ ਉੱਥੇ ਕੋਈ ਕੰਗਾਲ ਖੜਿਆ ਵੀ ਉਹਦੇ ਤੇ ਤਰਸ ਕਰਕੇ ਕਵੇ ਵੀ ਹਾਂ ਵੀ ਇਹਨੂੰ ਮੈਂ ਠੰਡੀ ਹੋ ਕੇ ਲੱਗਾ, ਜੇ ਕੋਈ ਰਾਜਾ ਉਹਨੂੰ ਕਵੇ ਵੀ ਮੈਨੂੰ ਗਰਮ ਵੀ ਲੱਗ ਜੂ ਕੋਈ ਗੱਲ ਨਹੀਂ, ਜਾਂ ਰਾਜਾ ਉਹਨੂੰ ਮੈਂ ਠੰਡੀ ਲੱਗਾ, ਇਹ ਕੰਗਾਲ ਇਹਨੂੰ ਗਰਮ ਲੱਗਾ। ਮਤਲਬ ਜਿਵੇਂ ਹਵਾ ਇੱਕ ਸਮਾਨ ਦੋਹਾਂ ਨੂੰ ਲੱਗਦੀ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟ ਇੱਕ ਸਮਾਨ ਹੁੰਦੀ ਹੈ। ਉਹ ਰਾਜਿਆਂ ਤੇ ਕੰਗਾਲਾਂ ਦੇ ਵਿੱਚ ਇੱਕੋ ਜਿਹੀ ਵਰਤਦੇ। ਇਹ ਨਹੀਂ ਜੇ ਕੋਈ ਰਾਜਾ ਆ ਗਿਆ ਉਹਨਾਂ ਕੋਲ ਤੇ ਉਹਦੇ ਨਾਲ ਬਹੁਤਾ ਸੋਹਣਾ ਵਿਹਾਰ ਕਰਨਗੇ, ਉਹਦੇ ਨਾਲ ਪ੍ਰੇਮ ਕਰਨਗੇ, ਤੇ ਜੇ ਕੋਈ ਕੰਗਾਲ ਆ ਗਿਆ ਤੇ ਉਹਨੂੰ ਗਾਲਾਂ ਕੱਢਣ ਲੱਗ ਪੈਣਗੇ, ਉਹਦੇ ਨਾਲੋਂ ਉਹਦੇ ਵੱਲ ਪਿੱਠ ਘੁਮਾ ਲੈਣਗੇ, ਉਹ ਤੋਂ ਪਾਸਾ ਵੱਟ ਲੈਣਗੇ। ਨਹੀਂ, ਉਹਨਾਂ ਦੀ ਅਵਸਥਾ ਇਹੋ ਜਿਹੀ ਹੁੰਦੀ ਹੈ, ਉਹ ਰਾਜੇ ਤੇ ਰੰਕ ਦੇ ਵਿੱਚ ਦੋਹਾਂ ਵਿੱਚ ਇੱਕੋ ਜਿਹਾ ਵਰਤਦੇ ਆ। ਇਹ ਉਹਨਾਂ ਦਾ ਗੁਣ ਹੁੰਦਾ ਹੈ, ਜਿਵੇਂ ਹਵਾ ਦੇ ਵਿੱਚ ਗੁਣ ਹੁੰਦਾ ਹੈ। ਬ੍ਰਹਮ ਗਿਆਨੀ ਕਹੇ ਧੀਰਜ ਏਕ, ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ ਉਹਦੇ ਵਿੱਚ ਇੱਕ ਗੁਣ ਹੁੰਦਾ ਬੜਾ ਵੱਡਾ, ਧੀਰਜ ਵਾਲਾ। ਉਹਦੇ ਅੰਦਰ ਇਹ ਇੱਕ ਗੁਣ ਹੁੰਦਾ ਜਿਹੜਾ ਬਹੁਤ ਜ਼ਰੂਰੀ ਹੈ, ਹਰ ਇੱਕ ਅੰਦਰ ਹੋਣਾ ਚਾਹੀਦਾ, ਧੀਰਜ। ਪਰ ਬ੍ਰਹਮ ਗਿਆਨੀ ਦੇ ਅੰਦਰ ਹੀ ਹੁੰਦਾ ਇਹ ਗੁਣ, ਧੀਰਜ ਵਾਲਾ। ਕਿਸ ਪ੍ਰਕਾਰ, ਜਿਉਂ ਬਸਦਾ ਕੋਊ ਖੋਦਾ ਕੋਊ ਚੰਦਨ ਲੇਪ, ਉਹਦੇ ਅੰਦਰ ਇੰਨਾ ਧੀਰਜ ਹੁੰਦਾ ਜਿਵੇਂ ਧਰਤੀ ਦੇ ਅੰਦਰ ਹੁੰਦਾ। ਜਿਵੇਂ ਧਰਤੀ ਨੂੰ ਬੇਸ਼ੱਕ ਕੋਈ ਡੂੰਘਾ ਟੋਆ ਪੱਟ ਦਵੇ, ਧਰਤੀ ਉਹਨੂੰ ਕਦੇ ਸਰਾਪ ਨਹੀਂ ਦਿੰਦੀ ਵੀ ਤੂੰ ਮੇਰੇ ਚ ਟੋਆ ਕਿਉਂ ਪੱਟਿਆ, ਤੂੰ ਮੈਨੂੰ ਤਕਲੀਫ ਦਿੱਤੀ ਹੈ। ਤੇ ਜੇ ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰ ਦਵੇ ਖੁਸ਼ਬੂਦਾਰ, ਉਹਨੂੰ ਉਹ ਵਰ ਨਹੀਂ ਦਿੰਦੀ ਵੀ ਵਾਹ ਵੀ ਵਾਹ ਤੂੰ ਮੈਨੂੰ ਸੋਹਣੀ ਬਣਾਤਾ, ਮੇਰੇ ਤੇ ਚੰਦਨ ਦਾ ਲੇਪ ਕਰਤਾ ਖੁਸ਼ਬੂਦਾਰ, ਉਹਨੂੰ ਵਰ ਦੇਤਾ। ਨਹੀਂ, ਉਹ ਦੋਹਾਂ ਚ ਇੱਕੋ ਜਿਹੀ ਵਰਤਦੀ ਹੈ। ਮਤਲਬ ਉਹਦੇ ਅੰਦਰ ਇੰਨੀ ਸਹਿਣਸ਼ੀਲਤਾ ਹੁੰਦੀ, ਉਹਦੇ ਅੰਦਰ ਇੰਨਾ ਧੀਰਜ ਹੁੰਦਾ ਹੈ, ਜੇ ਕੋਈ ਉਹਨੂੰ ਖੋਦਦਾ ਉਹਨੂੰ ਸਰਾਪ ਨਹੀਂ ਦਿੰਦੀ, ਜੇ ਕੋਈ ਉਹਨੂੰ ਚੰਦਨ ਲਾਉਂਦਾ ਉਹਨੂੰ ਵਰ ਨਹੀਂ ਦਿੰਦੀ। ਇਸੇ ਤਰ੍ਹਾਂ ਬ੍ਰਹਮ ਗਿਆਨੀ ਦੇ ਅੰਦਰ ਇਹ ਗੁਣ ਹੁੰਦਾ, ਜੇ ਤਾਂ ਬ੍ਰਹਮ ਗਿਆਨੀ ਦੀ ਕੋਈ ਸੇਵਾ ਕਰਦਾ, ਇੱਕੋ ਦਮ ਬ੍ਰਹਮ ਗਿਆਨੀ ਪ੍ਰਸੰਨ ਹੋ ਕੇ ਖੁਸ਼ ਹੋ ਕੇ ਦਵਾ ਦਵ ਉਹਨੂੰ ਕੋਈ ਵਰ ਨਹੀਂ ਦੇ ਦਿੰਦਾ, ਉੱਥੇ ਵੀ ਧੀਰਜ ਰੱਖਦਾ ਬ੍ਰਹਮ ਗਿਆਨੀ। ਤੇ ਜੇ ਕੋਈ ਉਲਟ ਕੇ ਉਹਨੂੰ ਗਾਲਾਂ ਕੱਢਦਾ, ਮਾੜਾ ਬੋਲ ਬੋਲਦਾ, ਉਹਨੂੰ ਕਦੇ ਸਰਾਪ ਨਹੀਂ ਦਿੰਦਾ। ਉਹਦੇ ਅੰਦਰ ਇੰਨਾ ਧੀਰਜ ਹੁੰਦਾ, ਮਤਲਬ ਦੋਹਾਂ ਦੁੱਖ ਤੇ ਸੁੱਖ ਵਿੱਚ ਇੱਕ ਸਮਾਨ ਹੀ ਹੁੰਦਾ। ਉਹਦੇ ਲਈ ਉਸਤਤ ਤੇ ਨਿੰਦਿਆ ਇੱਕ ਸਮਾਨ ਹੀ ਹੁੰਦੀ। ਉਹ ਐਸਾ, ਉਹਦੇ ਅੰਦਰ ਧੀਰਜ ਐਸਾ ਹੁੰਦਾ। ਇਹ ਤਾਂ ਬੰਦੇ ਦੀ ਭਾਵਨਾ ਹੀ ਹੈ ਜਿਹੜੀ ਵਰ ਤੇ ਸਰਾਪ ਦਾ ਰੂਪ ਧਾਰਨ ਕਰ ਲੈਂਦੀ ਹੈ। ਜੇ ਕੋਈ ਚੰਗੀ ਭਾਵਨਾ ਲੈ ਕੇ ਉਹਨਾਂ ਦੇ ਕੋਲ ਸੇਵਾ ਕਰਦਾ, ਉਹਦੀ ਭਾਵਨਾ ਹੀ ਉਹਨੂੰ ਵਰ ਦਾ ਰੂਪ ਬਣ ਜਾਂਦੀ ਹੈ। ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ, ਮਾੜਾ ਸੋਚਦਾ, ਉਹ ਸਰਾਪ ਦਾ ਰੂਪ ਧਾਰਨ ਕਰ ਲੈਂਦੀ ਹੈ। ਪਰ ਬ੍ਰਹਮ ਗਿਆਨੀ ਕਦੇ ਕਿਸੇ ਨੂੰ ਵਰ ਸਰਾਪ ਨਹੀਂ ਦਿੰਦਾ, ਉਹ ਇੱਕੋ ਜਿਹਾ ਹੀ ਰਹਿੰਦਾ, ਉਹਦੇ ਅੰਦਰ ਧੀਰਜ ਹੁੰਦਾ। ਸਾਨੂੰ ਤਾਂ ਕੋਈ ਮਾੜਾ ਜਿਹਾ ਸਾਡੇ ਨਾਲ ਹੱਸ ਕੇ ਬੋਲੇ, ਸਾਨੂੰ ਮਾੜੀ ਜੀ ਕੋਈ ਮਦਦ ਕਰਦੇ, ਆਪਾਂ ਤਾਂ ਉਹਦਾ ਹੀ ਹੋ ਜਾਂਦੇ ਵੀ ਹਾਂ ਬਈ ਉਹ ਤਾਂ ਬੰਦਾ ਹੀ ਬੜਾ ਵਧੀਆ, ਰੱਬ ਉਹਨੂੰ ਜੁਗ ਜੁਗ ਜਿਉਵੇਂ, ਲੰਬੀ ਉਮਰ ਦੇਵੇ। ਜੇ ਕੋਈ ਮਾੜੀ ਜੀ ਕਿਸੇ ਨੇ ਸਾਨੂੰ ਕੋਈ ਗਾਲ ਕੱਢ ਦਿੱਤੀ, ਕੋਈ ਮਾੜਾ ਮੋਟਾ ਸਾਡਾ ਨੁਕਸਾਨ, ਇਹਦਾ ਤਾਂ ਕੱਖ ਨਾ ਰਹੇ। ਸਾਡਾ ਇਹੋ ਹੈ, ਸਾਡੇ ਅੰਦਰ ਧੀਰਜ ਨਹੀਂ ਹੈਗਾ। ਅਸੀਂ ਖੁਸ਼ ਵੀ ਇੱਕੋ ਦਮ ਹੋ ਜਾਂਦੇ ਹਾਂ, ਨਾਰਾਜ਼ ਵੀ ਇੱਕੋ ਦਮ ਹੋ ਜਾਂਦੇ। ਪਰ ਬ੍ਰਹਮ ਗਿਆਨੀ ਦੇ ਅੰਦਰ ਧੀਰਜ ਬਹੁਤ ਵੱਡਾ ਹੁੰਦਾ ਹੈ। ਅੱਗੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹੋ, ਜਿਹੜਾ ਬ੍ਰਹਮ ਗਿਆਨੀ ਹੈ ਨਾ ਉਹਦਾ ਇਹੀ ਇੱਕ ਗੁਨਾਹ ਹੁੰਦਾ ਹੈ, ਮਾਫ ਕਰਨਾ, ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹੋ, ਉਹਦੇ ਅੰਦਰ ਇਹ ਇੱਕ ਗੁਣ ਹੁੰਦਾ, ਉਹਦੇ ਅੰਦਰ ਇਹੀ ਗੁਣ ਹੁੰਦਾ। ਕੈਸਾ, ਜਿਉਂ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਜਿਸ ਪ੍ਰਕਾਰ ਪਾਵਕ ਅੱਗ ਦਾ ਸਹਿਜ ਹੀ ਸੁਭਾਅ ਹੁੰਦਾ ਨਾ, ਅੱਗ ਦੇ ਕੋਲ ਕੋਈ ਆ ਜਾਵੇ ਉਹਨੂੰ ਠੰਡ ਲੱਗਦੀ ਹੈ, ਅੱਗ ਉਸ ਦੀ ਠੰਡ ਦੂਰ ਕਰ ਦਿੰਦੀ ਹੈ ਤੇ ਚਾਨਣ ਦਿੰਦੀ ਹੈ ਜੀ। ਇਸੇ ਤਰ੍ਹਾਂ ਜੇ ਕੋਈ ਵੀ ਬ੍ਰਹਮ ਗਿਆਨੀ ਦੇ ਕੋਲ ਜੜ ਮੂਰਖਤਾ ਰੂਪੀ ਜੜਤਾ ਲੈ ਕੇ ਆ ਜਾਵੇ ਤੇ ਉਹਦੀ ਮੂਰਖਤਾ ਦੂਰ ਕਰ ਦਿੰਦੇ ਨੇ ਤੇ ਗਿਆਨ ਦਾ ਚਾਨਣ ਕਰ ਦਿੰਦੇ। ਇਹ ਉਹਨਾਂ ਦਾ ਸੁਭਾਅ। ਦੇਖੋ ਹੁਣ ਅੱਗ ਦਾ ਸਹਿਜ ਸੁਭਾਅ ਹੀ ਹੈ ਨਾ ਪ੍ਰਕਾਸ਼ ਕਰਨਾ,
ਤੇ ਠੰਡ ਨੂੰ ਦੂਰ ਕਰਨਾ। ਇਸੇ ਤਰ੍ਹਾਂ ਬ੍ਰਹਮ ਗਿਆਨੀ ਹਨ, ਉਹਨਾਂ ਦਾ ਸਹਿਜੇ ਸੁਭਾਅ ਹੈ, ਗਿਆਨ ਦੇ ਕੇ ਬੰਦੇ ਦੀ ਮੂਰਖਤਾ ਰੂਪੀ ਇਹ ਠੰਡ ਹੈ ਜਿਹੜੀ ਜੜਤਾ, ਇਸ ਨੂੰ ਦੂਰ ਕਰ ਦਿੰਦੇ, ਬੰਦੇ ਨੂੰ ਉੱਤਮ ਕਰ ਦਿੰਦੇ, ਪਵਿੱਤਰ ਕਰ ਦਿੰਦੇ, ਉਹਨਾਂ ਦੇ ਪਾਪਾਂ ਦੀ ਮੈਲ ਨੂੰ ਸਾੜ ਦਿੰਦੇ। ਇਹ ਬ੍ਰਹਮ ਗਿਆਨੀ ਦਾ ਇੱਕ ਗੁਣ ਹੁੰਦਾ। ਅੱਗੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਬ੍ਰਹਮ ਗਿਆਨੀ ਉੱਜਲ ਤੋਂ ਉੱਜਲ ਹੁੰਦਾ ਹੈ। ਜੈਸੇ ਮੈਲ ਨਾ ਲੱਗ ਗਿਆ ਜਲਾ, ਜਿਵੇਂ ਪਾਣੀ ਨੂੰ ਮੈਲ ਨਹੀਂ ਨਾ ਲੱਗਦੀ ਕਦੇ, ਪਾਣੀ ਤਾਂ ਫਿਰ ਸਾਫ਼ ਦਾ ਸਾਫ਼ ਹੈ, ਉਹਨੂੰ ਬਰਖੁਰਾ, ਉਹਨੂੰ ਮਾੜੀ ਜਿਹੀ ਫਟਕੜੀ ਪਾ ਦਿਓ ਫੇਰ ਉਹਦੀ ਮੈਲ ਥੱਲੇ ਬਹਿ ਜਾਂਦੀ, ਉਹ ਸਾਫ਼ ਦਾ ਸਾਫ਼ ਹੀ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਨੂੰ ਕੋਈ ਮੈਲ ਨਹੀਂ, ਉਹ ਪਾਣੀ ਦੀ ਨਹੀਂ, ਉੱਜਲ ਦਾ ਉੱਜਲ ਹੀ ਹੈ, ਸਾਫ਼ ਦਾ ਸਾਫ਼ ਹੀ ਹੁੰਦਾ। ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ। ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ। ਜੈਸੇ ਧਰ ਉੱਪਰ ਆਕਾਸ਼, ਜਿਵੇਂ ਧਰਤੀ ਦੇ ਉੱਪਰ ਆਸੇ ਪਾਸੇ ਹਰ ਪਾਸੇ ਦਿਸ਼ਾ ਬਦਿਸ਼ਾ ਦੇ ਵਿੱਚ ਆਕਾਸ਼ ਹੀ ਆਕਾਸ਼ ਹੈ ਨਾ ਫੈਲਿਆ ਹੋਇਆ। ਇਸੇ ਤਰ੍ਹਾਂ ਉਹਨਾਂ ਦੇ ਅੰਦਰ ਜਿਹੜਾ ਪ੍ਰਕਾਸ਼ ਹੁੰਦਾ ਗਿਆਨ ਦਾ, ਉਹ ਪ੍ਰਮਾਤਮਾ ਨੂੰ ਸਾਰੇ ਪਾਸੇ ਆਕਾਸ਼ ਦੀ ਨਿਆਈ ਵਿਆਪਕ ਦੇਖਦੇ ਆ ਵੀ ਵਾਹਿਗੁਰੂ ਜਿਵੇਂ ਆਕਾਸ਼ ਹਰ ਇੱਕ ਚੀਜ਼ ਦੇ ਵਿੱਚ ਹੈ, ਇਸੇ ਤਰ੍ਹਾਂ ਪ੍ਰਮਾਤਮਾ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਨੂੰ ਦਿਸਦਾ ਹੈ। ਆਕਾਸ਼ ਦੀ ਨਿਆਈ ਉਹ ਵਿਆਪਕ ਸਮਝਦੇ ਆ ਰੱਬ ਨੂੰ। ਅੱਗੇ ਮਹਾਰਾਜ ਕਹਿੰਦੇ ਹਨ ਬ੍ਰਹਮ ਗਿਆਨੀ ਕੇ ਮਿੱਤਰ ਸੱਤਰ ਸਮਾਨ। ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ, ਉਹਦਾ ਇੱਕ ਇਹ ਬੜਾ ਵੱਡਾ ਗੁਣ ਹੁੰਦਾ, ਉਹਨੂੰ ਮਿੱਤਰ ਤੇ ਸ਼ਤਰੂ ਇੱਕੋ ਜਿਹੇ ਲੱਗਦੇ, ਉਹ ਦੋਹਾਂ ਦੇ ਵਿੱਚ ਇੱਕੋ ਜਿਹਾ ਵਰਤਦਾ। ਉਹਦੇ ਲਈ ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਬਸ ਇੱਕੋ ਪਰਮਾਤਮਾ ਹੀ ਹੈ, ਦੂਜਾ ਤਾਂ ਹੈ ਹੀ ਕੋਈ ਨਹੀਂ ਉਹਦੇ ਲਈ। ਇਸ ਲਈ ਉਹਦੇ ਮਿੱਤਰ ਤੇ ਸ਼ਤਰੂ ਇੱਕ ਸਮਾਨ ਹੈ। ਮਤਲਬ ਉਹਦੇ ਅੰਦਰ ਕੋਈ ਰਾਗ ਨਹੀਂ, ਕੋਈ ਦਵੈਸ਼ ਨਹੀਂ, ਉਹਦੇ ਅੰਦਰ ਨਾ ਤਾਂ ਕਿਸੇ ਨਾਲ ਮੋਹ ਹੈ, ਨਾ ਕਿਸੇ ਨਾਲ ਉਹਦੀ ਈਰਖਾ। ਕਿਉਂਕਿ ਸਾਡੇ ਅੰਦਰ ਦੁਸ਼ਮਣਾਂ ਪ੍ਰਤੀ ਈਰਖਾ ਹੁੰਦੀ ਹੈ ਤੇ ਮਿੱਤਰਾਂ ਦੇ ਨਾਲ ਮੋਹ ਹੁੰਦਾ ਨਾ। ਬ੍ਰਹਮ ਗਿਆਨੀ ਦੇ ਮਿੱਤਰ ਤੇ ਸ਼ਤਰੂ ਇੱਕ ਸਮਾਨ ਹੀ ਹੁੰਦੇ। ਅੱਗੇ ਮਾਰ ਕਹਿੰਦੇ ਬ੍ਰਹਮ ਗਿਆਨੀ ਕਾ ਨਾਹੀ ਅਭਿਮਾਨ। ਜਿਹੜਾ ਬ੍ਰਹਮ ਗਿਆਨੀ ਉਹਦੇ ਅੰਦਰ ਕਦੇ ਵੀ ਮਾਣ ਨਹੀਂ ਹੁੰਦਾ, ਉਹ ਗੁਣਾਂ ਦਾ ਹੰਕਾਰ ਨਹੀਂ ਕਰਦਾ। ਅਗਲੀ ਪੰਕਤੀ ਵਿੱਚ ਕਲੀਅਰ ਕਰਦੇ ਨੇ ਬ੍ਰਹਮ ਗਿਆਨੀ ਊਚ ਤੇ ਉੱਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਉੱਚਾ। ਤੁਹਾਡੀ ਨਿਗਾਹ ਦੇ ਵਿੱਚ ਜੇ ਕੋਈ ਤੁਹਾਨੂੰ ਲੱਗਦਾ ਨਾ ਫਲਾਣਾ ਬਹੁਤ ਉੱਚਾ, ਫਲਾਣਾ ਦੇਵਤਾ ਉੱਚਾ, ਨਹੀਂ, ਬ੍ਰਹਮ ਗਿਆਨੀ ਉਹਨਾਂ ਤੋਂ ਵੀ ਉੱਚਾ, ਸਭ ਉੱਚਿਆਂ ਤੋਂ ਉੱਚਾ ਜਿਹੜਾ ਬ੍ਰਹਮ ਗਿਆਨੀ। ਕਿਉਂ? ਮਨ ਆਪਣਾ ਹੈ ਸਭ ਤੇ ਨੀਚਾ। ਕਿਉਂਕਿ ਉਹਦਾ ਮਨ ਹੈ ਨਾ ਜਿਹੜਾ ਆਪਣਾ, ਉਹਦਾ ਜਿਹੜਾ ਮਨ ਹੈ, ਉਹਦਾ ਮਨ ਸਭ ਤੋਂ ਨੀਵਾਂ ਹੈ। ਕਿਉਂਕਿ ਜਿਹੜੇ ਉਹ ਕਹਿੰਦੇ ਨਾ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੋਂ ਉੱਚਾ। ਜਿਹੜਾ ਬੰਦਾ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਨੀਵਾਂ ਸਮਝਦਾ ਨਾ, ਉਹੀ ਉੱਚਾ ਹੁੰਦਾ ਗੁਰੂ ਦੀ ਨਜ਼ਰ ਦੇ ਵਿੱਚ। ਇਸ ਕਰਕੇ ਪਰਮਾਤਮਾ ਦੀ ਨਜ਼ਰ ਦੇ ਵਿੱਚ, ਕਿਉਂਕਿ ਉਹ ਉੱਚੇ ਤੋਂ ਉੱਚੇ ਤਾਂ ਕਰਕੇ ਕਿਉਂਕਿ ਉਹਨਾਂ ਦਾ ਮਨ ਸਭ ਤੋਂ ਨੀਵਾਂ, ਮਨ ਕਰਕੇ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਬਣੇ ਰਹਿੰਦੇ, ਨੀਵੇਂ ਬਣ ਕੇ ਰਹਿੰਦੇ। ਇਸ ਕਰਕੇ ਉੱਚੇ, ਜਿਹੜਾ ਬੰਦਾ ਉੱਚਾ ਉਹ ਨੀਵਾਂ ਹੁੰਦਾ ਗੁਰੂ ਘਰ ਦੇ ਵਿੱਚ। ਇਹ ਅੱਗੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸੇ ਜਨ ਭਏ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉਹੀ ਜਨ ਹੋਏ ਹੈ, ਬ੍ਰਹਮ ਗਿਆਨੀ ਉਹੀ ਜਨ ਬਣੇ ਹੈ। ਨਾਨਕ ਜਿਨ ਪ੍ਰਭ ਆਪ ਕਰੇ। ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਬ੍ਰਹਮ ਗਿਆਨੀ। ਮਤਲਬ ਜਿਨ੍ਹਾਂ ਨੂੰ ਵਾਹਿਗੁਰੂ ਆਪ ਬ੍ਰਹਮ ਗਿਆਨੀ ਬਣਾਉਂਦਾ ਨਾ, ਉਹੀ ਬ੍ਰਹਮ ਗਿਆਨੀ ਬਣਦੇ। ਮਤਲਬ ਆਪਣੀ ਮਰਜ਼ੀ ਨਾਲ ਕੋਈ ਸੰਤ, ਕੋਈ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਤਾਂ ਜਿਹਦੇ ਤੇ ਮਹਾਰਾਜ ਕਿਰਪਾ ਕਰਨ, ਜਿਹਨੂੰ ਮਹਾਰਾਜ ਬ੍ਰਹਮ ਗਿਆਨੀ ਬਣਾ ਦੇਵੇ, ਉਹੀ ਬ੍ਰਹਮ ਗਿਆਨੀ ਬਣ ਸਕਦਾ। ਕਈ ਕਹਿੰਦੇ ਨਾ ਵੀ ਬ੍ਰਹਮ ਗਿਆਨੀ ਨਹੀਂ ਹੁੰਦਾ, ਕੋਈ ਸੰਤ ਨਹੀਂ ਹੁੰਦਾ। ਆਹ ਦੇਖ ਲਓ ਮਹਾਰਾਜ ਨੇ ਇੱਥੇ ਖੁਦ ਬਚਨ ਕਹੇ, ਕਹਿੰਦੇ ਬ੍ਰਹਮ ਗਿਆਨੀ ਉਹੀ ਹੈ ਜਿਹਨੂੰ ਵਾਹਿਗੁਰੂ ਆਪ ਬਣਾ ਦਿੰਦਾ। ਮਤਲਬ ਬ੍ਰਹਮ ਗਿਆਨੀ ਦੁਨੀਆ ਦੇ ਉੱਤੇ ਹੈਗੇ ਆ, ਪਰ ਬਿਰਲੇ ਨੇ, ਥਾਂ ਥਾਂ ਦੇ ਤੇ ਨਹੀਂ ਤੁਹਾਨੂੰ ਲੱਭਣੇ ਹੈਗੇ। ਇਸ ਕਰਕੇ ਬੜੇ ਵੱਡੇ ਹੋਏ ਦੇਖ ਲਓ, ਬਾਬਾ ਅਤਰ ਸਿੰਘ ਜੀ, ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਬੜੇ ਵੱਡੇ ਬ੍ਰਹਮ ਗਿਆਨੀ ਸਾਧੂ ਹੋਏ ਆ। ਦੇਖੋ ਇਸ ਪ੍ਰਕਾਰ ਆਪ ਜੀ ਨੇ ਇਹ ਵਿਆਖਿਆ ਸਰਵਣ ਕੀਤੀ ਹੈ। ਹੋਈਆਂ ਬੇਨਤ ਗਲਤੀਆਂ ਦੀ ਮਾਫੀ ਬਖਸ਼ਣੀ। ਫਤਿਹ ਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।